ਗੱਲ ਕਰੀਏ ਤੇ ਪੰਜਾਬ ਦੇ ਵਿੱਚ 2022 ਦੇ ਵਿੱਚ ਚੋਣ ਹੋਣ ਵਾਲੇ ਨੇ, ਲੇਕਿਨ ਉਸ ਤੋਂ ਪਹਿਲਾਂ ਜਿਸ ਢੰਗ ਦੇ ਨਾਲ ਤੀਜੇ ਬਦਲ ਦੀ ਸਿਆਸਤ ਕਾਫੀ ਸਰਗਰਮ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋ ਕੇ ਸੁਖਦੇਵ ਸਿੰਘ ਢੀਂਡਸਾ ਸੀਨੀਅਰ ਆਗੂ ਨੇ ਆਪਣੀ ਅੱਡ ਤੋਂ ਪਾਰਟੀ ਬਣਾਉਂਦੇ ਹੋਏ ਨਜ਼ਰ ਆਏ ਨੇ, ਔਰ ਟਕਸਾਲੀ ਆਗੂ ਜਿਹੜੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਹੀ ਅੱਡ ਹੋ ਗਏ ਸੀ, ਉਹ ਹੁਣ ਜਿਹੜੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲ ਜੁੜਦੇ ਵੀ ਨਜ਼ਰ ਆ ਰਹੇ ਨੇ। ਲੇਕਿਨ ਸਵਾਲ ਹੈ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਲੈ ਕੇ ਕਿ ਉਹ ਕੀ ਫੈਸਲਾ ਲੈਂਦੇ। ਹਜੇ ਪੀਜੀਆਈ ਦੇ ਵਿੱਚ ਇਲਾਜ ਚੱਲ ਰਿਹਾ ਉਹਨਾਂ ਦਾ, ਛੁੱਟੀ ਮਿਲੇਗੀ, ਉਸ ਤੋਂ ਬਾਅਦ ਵੇਖਣ ਵਾਲੀ ਗੱਲ ਰਹੇਗੀ ਅਗਲਾ ਸਟੈਂਡ ਉਹਨਾਂ ਦਾ ਕੀ ਰਹਿੰਦਾ। ਲੇਕਿਨ ਹਾਂ, ਅੱਜ ਜਿਹੜਾ ਤੁਸੀਂ ਜਿਹੜੀ ਆ ਪਾਰਟੀ ਬਣਾਈ ਹੈ, ਸਿੱਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਸ 'ਤੇ ਸਵਾਲ ਚੁੱਕਦੇ। ਉਹ ਕਹਿੰਦੇ ਕਿ ਢੀਂਡਸਾ ਸਾਹਿਬ ਸੀਨੀਅਰ ਆਗੂ ਹੈ, ਮਾਨ ਸਨਮਾਨ ਆਪਾਂ ਪਹਿਲਾਂ ਵੀ ਕੀਤਾ, ਹੁਣ ਵੀ ਕਰਦੇ ਹਾਂ, ਲੇਕਿਨ ਲੋਕਾਂ ਨੂੰ ਗੁੰਮਰਾਹ ਨਾ ਕਰਨ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਰੱਖ ਕੇ ਆਪਣੀ ਪਾਰਟੀ ਦਾ। ਇਹ ਤਾਂ ਯਾਰ ਅਸੀਂ ਅਕਾਲੀ ਹਾਂ, ਅਕਾਲੀ ਜੰਮਿਆ, ਅਕਾਲੀ ਮਰਾਂਗੇ ਤੇ ਅਕਾਲੀ ਰਹਾਂਗੇ। ਹੁਣ ਇਹ ਕੋਈ ਸਾਨੂੰ ਸਾਡੇ ਅਕਾਲੀ ਬਣਾ ਵੀ ਖੋ ਸਕਦਾ ਸਾਡਾ ਕੋਈ? ਅਸੀਂ ਕੁਰਬਾਨੀਆਂ ਕੀਤੀਆਂ ਨੇ, ਜੇਲ੍ਹਾਂ ਵੀ ਕੱਟੀਆਂ ਨੇ, ਇੰਨੀਆਂ ਜੇਲ੍ਹਾਂ ਵੀ ਕੱਟੀਆਂ ਨੇ ਜਿਹੜੀਆਂ 6-6 ਮਹੀਨੇ ਕਿਸੇ ਨੂੰ ਮਿਲ ਨਹੀਂ ਦਿੱਤਾ। ਜੱਬਲਪੁਰ ਵਰਗੇ ਥਾਂ 'ਤੇ ਲੈ ਗਏ। ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ, ਜਿੱਦਣ ਦੇ ਆਇਆ ਅਕਾਲੀ ਦਲ ਦੀ ਕੁਰਬਾਨੀ ਕੀਤੀਆਂ ਨੇ, ਚਾਹੇ ਐਮਰਜੈਂਸੀ ਆਈ, ਚਾਹੇ ਕੋਈ, ਸਾਰੀਆਂ ਜੇਲ੍ਹਾਂ ਕੱਟੀਆਂ। ਲੇਕਿਨ ਢੀਂਡਸਾ ਸਾਹਿਬ ਉਹ ਕਹਿੰਦੇ ਹੈ ਕਿ ਪਾਰਟੀ ਜਿਹੜੀ ਹੈ ਰਜਿਸਟਰਡ ਜਿਹੜੀ ਹੈ, ਹੁਣ ਉਹ ਸਿੱਧੇ ਤੌਰ 'ਤੇ ਉਸ ਪਾਰਟੀ ਦੇ ਨਾਲ ਹੈ। ਤੁਹਾਨੂੰ ਉਸ ਪਾਰਟੀ ਤੋਂ ਐਕਸਪੈਲ ਕਰ ਦਿੱਤਾ ਗਿਆ ਸੀ ਕਿਉਂਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀ। ਸਾਨੂੰ ਉਦੋਂ ਬਾਦਲ ਸਾਹਿਬ ਵੀ ਸੀਗੇ, ਬਰਨਾਲੇ ਨੇ ਡਿਸਕੁਆਲੀਫਾਈ ਕਰਤਾ ਸੀ 27 ML ਨੂੰ, 23 ML ਨੂੰ, ਜਿਹਦੇ 'ਚ ਬਾਦਲ ਸਾਹਿਬ ਵੀ ਸੀ। ਅਤੇ ਉਦੋਂ ਬਾਦਲ ਸਾਹਿਬ ਨੇ ਨਵਾਂ ਅਕਾਲੀ ਦਲ ਬਣਾਇਆ ਅਤੇ ਬਰਨਾਲਾ ਅਸਲੀ ਤਕੜੀ ਤਾਂ ਬਰਨਾਲੇ ਕੋਲ ਸੀ। ਅਤੇ ਫਿਰ ਅਸੀਂ ਤਾਂ ਤੀਰ ਕਮਾਨ 'ਤੇ ਲੜੇ। ਅਤੇ ਉਦੋਂ ਬਾਦਲ ਸਾਹਿਬ ਦੇ ਨੂੰ ਯਾਦ ਨਹੀਂ ਵੀ ਉਦੋਂ ਕਿਵੇਂ ਬਣਾਈ ਉਹਨਾਂ ਨੇ। ਇਸ ਕਰਕੇ ਤਾਂ ਜਦੋਂ ਕਿਸੇ ਨੂੰ ਕੋਈ ਨਾਰਾਜ਼ਗੀ ਹੁੰਦੀ ਹੈ, ਕੋਈ ਗਲਤ ਕੰਮ ਕਰੇ, ਉਹ ਕਿਉਂ ਹੋਏ ਸੀ? ਕਿਉਂਕਿ ਬਰਨਾਲੇ ਨੇ ਗਲਤ ਕੰਮ ਕੀਤਾ ਸੀ, ਪੁਲਿਸ ਭੇਜੀ ਸੀ, ਹਰਮਿੰਦਰ ਸਾਹਿਬ, ਇਸ ਕਰਕੇ ਉਹ ਅੱਡ ਹੋ ਕੇ ਉਹਨਾਂ ਦੀ ਹੋ ਗਈ। ਇਸ ਕਰਕੇ ਜੋ ਕੁਝ ਹੁਣ ਹੋ ਰਿਹਾ SGPC 'ਚ, ਜਿਸ ਤਰ੍ਹਾਂ ਬੇਅਦਬੀਆਂ ਹੋ ਰਹੀਆਂ ਨੇ, ਜਿਸ ਤਰ੍ਹਾਂ ਕਰਪਸ਼ਨ ਚੱਲ ਰਹੀ ਹੈ, ਅਤੇ ਉਹਦੇ ਲਈ ਸਿੱਖ ਸਮਾਜ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ। ਇਸ ਕਰਕੇ ਉਹਨਾਂ ਦਾ ਗੁੱਸੇ ਦੇ ਕਾਰਨ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਉਸ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਕਿ ਗੁਰੂ ਘਰਾਂ ਨੂੰ ਲੁੱਟ ਨਾਲ ਰਹੇ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਇਕੱਲਾ ਇਹ ਨਹੀਂ ਸ਼੍ਰੋਮਣੀ ਅਕਾਲੀ ਦਲ ਬਦਨਾਮ ਕਰਤਾ। ਸ਼੍ਰੋਮਣੀ ਅਕਾਲੀ ਦਲ ਜਿਸ ਸਿਧਾਂਤ ਲਈ ਬਣਿਆ ਸੀ, ਉਹ ਸਾਰਾ ਸਿਧਾਂਤ ਛੱਡਤਾ ਅਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਘਟਾਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੋ ਜਗ੍ਹਾ ਦੇ ਜਥੇਦਾਰ ਨੇ, ਦੋਨੇ ਅੱਡ ਹੋਕ ਨੇ। ਇਹ ਕਾਰਨ ਨਹੀਂ ਕਿ ਉਹ ਕਹਿੰਦੇ ਵੀ ਜੇ ਸਾਡੇ ਕਹੇ ਲੱਗੋਗੇ ਤਾਂ ਪੱਕੇ ਹੋਣਗੇ, ਨਹੀਂ ਤਾਂ ਐਵੇਂ ਜਿਵੇਂ ਚਲੋ ਜਾਂ ਤੁਹਾਨੂੰ ਜਦੋਂ ਮਰਜ਼ੀ ਹਟਾਇਆ ਜਾ ਸਕਦਾ। ਇਸ ਕਰਕੇ ਅਸੀਂ ਤਿੰਨਾਂ ਚੀਜ਼ਾਂ ਨੂੰ ਬਹਾਲ ਕਰਨਾ, ਉਹਨਾਂ ਦੀ ਪੋਜੀਸ਼ਨ ਬਹਾਲ ਕਰਨ ਲਈ ਹਮ ਖਿਆਲ ਲੋਕਾਂ ਨੂੰ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ। ਲੇਕਿਨ ਰਣਜੀਤ ਸਿੰਘ ਬ੍ਰਹਮਪੁਰਾ ਹੁਣ ਤੋਂ ਕੁਝ ਦੇਰ ਪਹਿਲਾਂ ਇੱਕ ਸਟੇਟਮੈਂਟ ਵੀ ਦਿੰਦੇ ਨਜ਼ਰ ਆਏ ਨੇ ਕਿ ਮੇਰੇ ਨਾਲ ਵਿਚਾਰ ਵਟਾਂਦਰਾ ਹੀ ਨਹੀਂ ਹੋਇਆ, ਔਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਵੀ ਕੱਲ ਕਹਿੰਦਾ ਨਜ਼ਰ ਆਇਆ, ਪੀਠ ਦੇ ਵਿੱਚ ਛੁਰਾ ਘੋਂਪਣ ਵਾਲਾ ਕੰਮ ਕੀਤਾ ਢੀਂਡਸਾ ਸਾਹਿਬ ਨੇ। ਨਹੀਂ, ਮੈਂ ਤਾਂ ਕਦੇ ਮੈਂ ਤਾਂ ਉਹਨਾਂ ਦੀ ਪਾਰਟੀ 'ਚ ਗਿਆ ਹੀ ਨਹੀਂ। ਮੈਨੂੰ ਤਾਂ ਉਹਨਾਂ ਨੇ ਆਫਰ ਕੀਤੀ ਪ੍ਰਧਾਨਗੀ ਦੀ। ਮੈਂ ਕਿਹਾ ਜੀ ਮੈਂ ਨਹੀਂ ਪ੍ਰਧਾਨਗੀ ਤੁਹਾਡੇ ਲੈਣੀ, ਧੰਨਵਾਦ ਤੁਹਾਡਾ, ਬਲਕਿ ਇਹ ਮੈਂ ਤਾਂ ਮੇਰਾ ਬਹੁਤ ਨਜ਼ਦੀਕ ਰਹੇ, ਅਸੀਂ ਇਕੱਠੇ ਲੜਾਈਆਂ ਲੜੀਆਂ, ਔਰ ਮੈਂ ਤਾਂ ਉਹਨਾਂ ਨੂੰ ਹੈਰਾਨ ਰਹਿ ਗਿਆ ਵੀ ਉਹ ਜਿੱਦ ਇੰਨੀ ਕਿਉਂ ਕਰਦੇ ਨੇ। ਅਸੀਂ ਤਾਂ ਕਿਹਾ ਉਹਨਾਂ ਨੂੰ ਵੀ ਆਓ ਤੁਸੀਂ ਕਰਦੇ ਹਾਂ। ਉਹ ਉਹਨਾਂ ਦੇ ਬੰਦਿਆਂ ਨੇ ਸਾਰਿਆਂ ਨੂੰ ਉਹਨਾਂ ਨੂੰ ਜਾ ਕੇ ਕਿਹਾ, ਉਹ ਬੰਦੇ ਫਿਰ ਸਾਡੇ ਆਪ ਆਏ ਨੇ ਚੱਲ ਕੇ, ਅਸੀਂ ਤਾਂ ਉਹਨਾਂ ਨੂੰ ਕਿਹਾ ਨਹੀਂ। ਲੇਕਿਨ ਉਹ ਕਹਿੰਦੇ ਕਿ ਤੁਸੀਂ ਪ੍ਰਧਾਨ ਬਣ ਸਕਦੇ ਸੀ ਉਸ ਪਾਰਟੀ ਦੇ, ਜਿਹੜੀ ਪਾਰਟੀ ਉਹਨਾਂ ਨੇ ਬਣਾਈ ਸੀ। ਮੈਂ ਤਾਂ ਜਵਾਬ ਦਿੱਤਾ, ਮੈਂ ਨਹੀਂ ਬਣਨਾ ਇਸ ਪਾਰਟੀ ਦਾ ਪ੍ਰਧਾਨ। ਮੈਂ ਪਾਰਟੀ ਦਾ ਪ੍ਰਧਾਨ ਇਸ ਕਰਕੇ ਕਿਉਂਕਿ ਪਾਰਟੀ ਚੱਲੀ ਨਹੀਂ ਸੀ। ਪਾਰਟੀ ਮੇਰੇ ਵਰਕਰ ਕਹਿੰਦੇ ਨਹੀਂ ਬਣਨਾ ਉਹਦਾ ਪ੍ਰਧਾਨ, ਅਤੇ ਇਸ ਕਰਕੇ ਮੈਂ ਤਾਂ ਵਰਕਰਾਂ ਦੀ ਮੰਨਣੀ ਹੈ ਕਿ ਆਪਦੀ ਮਨ ਮਰਜ਼ੀ ਕਰਾਂ। ਹੁਣ ਤੁਸੀਂ ਨਵੀਂ ਪਾਰਟੀ ਰਜਿਸਟਰਡ ਕਰਾਓਗੇ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਹਿਲਾਂ ਹੀ ਰਜਿਸਟਰਡ ਹੈ ਚੋਣ ਆਯੋਗ ਕੋਲ, ਉਸ 'ਤੇ ਆਪਣਾ ਦਾਅਵਾ ਕਰਨ ਜਾ ਰਹੇ ਹੋ, ਜਾਂ ਤੱਕੜੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਸ 'ਤੇ ਦਾਅਵਾ ਠੋਕਣ ਜਾ ਰਹੇ ਹੋ? ਕੀ ਅੱਗੇ ਦੀ ਰਣਨੀਤੀ ਬਣਾਈ? ਉਹ ਤਾਂ ਹੁਣ ਪਾਰਟੀ ਬੈਠੂਗੀ, ਫੈਸਲਾ ਕਰੂ। ਜੇ ਸਾਨੂੰ ਲੋੜ ਪਈ ਤਾਂ ਠੋਕਾਂਗੇ, ਤਾਂ ਟੈਕਨੀਕਲੀ ਹੈ। ਅਗਰ ਨਹੀਂ ਹੋਊਗਾ ਤਾਂ ਨਵੀਂ ਰਜਿਸਟਰ ਕਰਾ ਲਾਂਗੇ। ਨਵੀਂ ਰਜਿਸਟਰਡ ਕਰਾਓਗੇ? ਹਾਂ। ਲੇਕਿਨ
ਓਵਰਆਲ ਅਗਰ ਆਪਾਂ ਗੱਲ ਕਰੀਏ, ਆ ਵੀ ਗੱਲ ਕੀਤੀ ਜਾ ਰਹੀ ਹੈ ਕਿ ਸਾਰਾ ਕਾਂਗਰਸ ਦੀ ਸ਼ਹਿ ਦੇ ਉੱਪਰ ਕੰਮ ਹੋ ਰਿਹਾ ਹੈ। ਹੁਣ ਅਕਾਲੀ ਆਗੂ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਹੜਾ ਸੱਦਾ ਦਿੱਤਾ ਗਿਆ, ਬਤੌਰ ਟਕਸਾਲੀ ਲੀਡਰ ਸੱਦਾ ਦਿੱਤਾ ਗਿਆ ਸੀ, ਲੇਕਿਨ ਉਹਨਾਂ ਨੇ ਟਕਸਾਲੀ ਪਾਰਟੀ ਜੁਆਇਨ ਨਹੀਂ ਕੀਤੀ, ਕਿਸੇ ਹੋਰ ਪਾਰਟੀ ਨਾਲ ਉਹਨਾਂ ਦਾ ਤਾਲੁਕ ਨਹੀਂ ਸੀ। ਕੇਵਲ ਕੈਪਟਨ ਸਾਹਿਬ ਉਹਨਾਂ ਨੂੰ ਸਟੈਂਡ ਕਰਨਾ ਚਾਹੁੰਦੇ ਸੀ, ਖੜਾ ਕਰਨਾ ਚਾਹੁੰਦੇ ਸੀ, ਤਾਂ ਕਿ ਅਕਾਲੀ ਦਲ ਨੂੰ ਟੱਕਰ ਦਿੱਤੀ ਜਾ ਸਕੇ। ਕੋਈ ਮੈਨੂੰ, ਮੈਂ ਟਕਸਾਲੀ ਦੇ ਤੌਰ ਤੇ ਨਹੀਂ, ਮੈਨੂੰ ਇੰਡੀਵਿਜੂਅਲ ਬੁਲਾਇਆ ਗਿਆ ਸੀ ਔਰ ਉਹਨਾਂ ਨੂੰ ਜਵਾਬ ਵੀ ਦਿੱਤਾ ਕੈਪਟਨ ਨੇ। ਨੰਬਰ 2, ਜਿਹੜਾ ਮੈਨੂੰ ਕਹਿ ਰਹੇ ਨੇ ਨਾ ਵੀ ਮੈਂ ਕਾਂਗਰਸ ਦਾ ਏਜੰਟ ਤਾਂ ਉਹ ਮਿਲੇ ਤਾਂ ਉਹਨੇ, ਸਾਰੀ ਦੁਨੀਆ ਜਾਣਦੀ ਹੈ। ਉਹ ਮੈਨੂੰ ਜਵਾਬ ਦੇਣ ਵੀ ਉਹਨਾਂ ਦੀ ਬੱਸਾਂ ਉਵੇਂ ਜਿਵੇਂ ਚੱਲੀਆਂ ਕਿ ਨਹੀਂ ਚੱਲੀਆਂ, ਕੀ ਉਹਦਾ ਚੇਂਜ ਹੋਇਆ ਕੋਈ, ਕੀ ਉਹਨਾਂ ਦੀ ਕੇਬਲ ਨਹੀਂ ਚੱਲ ਰਹੀ ਉਵੇਂ ਜਿਵੇਂ, ਕੀ ਉਹਨਾਂ ਦਾ ਸਾਰਾ ਬਿਜ਼ਨਸ ਉਵੇਂ ਜਿਵੇਂ ਨਹੀਂ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਸੀ। ਤੇ ਫਿਰ ਸਾਰੀ ਦੁਨੀਆ ਕਹਿ ਰਹੀ ਹੈ ਵੀ ਕੈਪਟਨ ਤੇ ਉਹ ਮਿਲੇ ਹੋਏ ਨੇ, ਤੇ ਉਲਟਾ ਕਹਿੰਦੇ ਮੈਨੂੰ ਅਸੀਂ ਤਾਂ ਕਾਂਗਰਸੀਆਂ ਨੂੰ ਆਪਦੇ ਨਾਲ ਲੜਾ ਰਹੇ ਹਾਂ। ਪਰਸੋਂ ਤੇਜਿੰਦਰਪਾਲ ਸਿੰਘ ਸੰਧੂ ਕਾਂਗਰਸ ਦਾ ਬੰਦਾ ਸੀ ਔਰ ਅਮਰਿੰਦਰ ਦਾ ਖਾਸ ਸੀ, ਮਹਾਰਾਣੀ ਦਾ ਖਾਸ ਸੀ, ਉਹ ਸਾਡੇ ਨਾਲ ਆਇਆ। ਤੇ ਉਹਨਾਂ ਨੂੰ ਪੁੱਛੋ, ਉਹਨਾਂ ਨੇ ਕੋਈ ਲੜਾਇਆ ਕਾਂਗਰਸੀ? ਆਇਆ ਕਾਂਗਰਸੀ ਉਹਦੇ ਨਾਲ ਕੋਈ? ਤੇ ਕਾਂਗਰਸ ਨਾਲ ਕੌਣ ਹੋਇਆ? ਉਹ ਕਾਂਗਰਸ ਨਾਲ ਮਿਲੇ ਹੋਏ ਨੇ। ਮੈਨੂੰ ਤਾਂ ਕੋਈ ਕਹਿੰਦਾ ਮੈਂ ਬੀਜੇਪੀ ਨਾਲ, ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਨਾਲ। ਮੈਨੂੰ ਕਿਸੇ ਦਾ ਕੋਈ ਹੈ ਨਹੀਂ। ਮੈਨੂੰ ਆਪਣੇ ਲੋਕਾਂ 'ਤੇ ਵਿਸ਼ਵਾਸ ਹੈ, ਮੇਰੇ ਲੋਕਾਂ ਦਾ ਵਿਸ਼ਵਾਸ ਮੇਰੇ 'ਤੇ ਹੋਣਾ ਚਾਹੀਦਾ। ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਕੌਣ ਕੀ ਕਹਿੰਦਾ, ਤੇ ਮੈਂ ਕੋਈ ਬਹੁਤਾ ਜਵਾਬ ਵੀ ਨਹੀਂ ਉਹਨਾਂ ਦਾ ਦੇਣਾ ਚਾਹੁੰਦਾ। ਢੀਂਡਸਾ ਸਾਹਿਬ, ਸਵਾਲ ਤੇ ਇਹੀ ਨਾ ਕਿ ਤੀਜੇ ਬਦਲ ਦੀ ਸਿਆਸਤ ਤੇਜ਼ ਹੋ ਰਹੀ ਸੀ ਕਿ ਤੀਜਾ ਬਦਲ ਆਏਗਾ ਤਾਂ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਮਿਲ ਪਾਏਗਾ, ਤਾਂ ਪੰਜਾਬ ਜਿਹੜਾ ਭਲਾਈ ਲਈ ਅੱਗੇ ਵਧੇਗਾ। ਲੇਕਿਨ ਤੁਸੀਂ ਆਪਣੀ ਪਾਰਟੀ ਬਣਾ ਲਈ, ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਆਪਣੀ ਪਾਰਟੀ ਦਾ ਸਟੈਂਡ ਲੈ ਕੇ ਖੜੇ ਨੇ, ਹੋਰ ਜਿਹੜੇ ਆਗੂ ਨੇ ਉਹ ਆਪਣੀ ਪਾਰਟੀਆਂ ਬਣਾ ਕੇ ਖੜੇ ਨੇ। ਕਦੋਂ ਸਾਰੇ ਇੱਕ ਫਰੰਟ ਤੇ ਇਕੱਠੇ ਹੋਗੇ? ਕਦੋਂ ਤੁਸੀਂ ਰਿਵਾਇਤੀ ਪਾਰਟੀਆਂ ਨੂੰ ਟੱਕਰ ਦੋਗੇ? ਕਿਉਂਕਿ ਸਮਾਂ ਤਾਂ ਕੁਝ ਵੀ ਨਹੀਂ ਬਚਿਆ। ਬਹੁਤ ਪੌਣੇ 2 ਸਾਲ ਦਾ ਕੋਈ ਘੱਟ ਸਮਾਂ ਨਹੀਂ ਹੈ, ਬਹੁਤ ਸਮਾਂ ਹੈ। ਇਹ ਤਾਂ ਗੱਲ ਇਹ ਹੈ ਕਿ ਆਪਦੀ ਪਹਿਲਾਂ ਤਾਕਤ ਅਸੀਂ ਬਣਾਵਾਂਗੇ, ਆਪਣੀ ਤਾਕਤ ਤੋਂ ਬਾਅਦ ਫਿਰ ਬਾਕੀ। ਹੁਣ ਉਹ ਤਾਕਤ ਕਿਵੇਂ ਬਣੇਗੀ? ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆਓ ਭਾਈ ਇਕੱਠੇ ਆਪਾਂ ਹੋ ਕੇ ਲੜੀਏ। ਕੁਛ ਸਾਡੇ ਨਾਲ ਆ ਜਾਣਗੇ, ਕੁਛਾਂ ਨਾਲ ਸਮਝੌਤੇ ਹੋ ਜਾਣਗੇ, ਕੁਛ ਨਾਲ ਮਿਲ ਕੇ ਫਰੰਟ ਬਣ ਜਾਏਗਾ। ਉਹ ਤਾਂ ਅਜੇ ਵਕਤ ਲੱਗੇਗਾ, ਪਤਾ ਨਹੀਂ ਕੌਣ ਹੋਏ, ਕਿਹਦੇ ਨਾਲ ਚੱਲੇਗਾ, ਕਿਹਦੇ ਨਾਲ ਨਹੀਂ, ਉਹ ਤਾਂ ਵਕਤ ਦੱਸੇਗਾ। ਤੁਹਾਡੇ ਇਸ ਸਟੈਪ ਨੂੰ ਮੌਕਾ ਪ੍ਰਸਤ ਰਾਜਨੀਤੀ ਦਾ ਉਦਾਹਰਣ ਵੀ ਕਹਿ ਰਹੇ ਨੇ ਕਿ ਮੌਕਾ ਪ੍ਰਸਤ ਰਾਜਨੀਤੀ ਹੈ ਢੀਂਡਸਾ ਸਾਹਿਬ ਦੀ। ਮੈਂ ਜ਼ਿੰਦਗੀ 'ਚ ਕਦੇ ਮੌਕਾ ਪ੍ਰਸਤੀ ਨਹੀਂ ਕੀਤੀ। ਮੈਂ ਮੌਕਾ ਪ੍ਰਸਤੀ ਕਦੇ ਵੀ ਕਰ ਸਕਦਾ ਸੀ, ਲੇਕਿਨ ਮੌਕਾ ਪ੍ਰਸਤੀ ਜਦੋਂ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਬੇਅਦਬੀ ਦੀਆਂ ਗੱਲਾਂ ਨਹੀਂ ਸੁਣੀਆਂ, ਪਾਰਟੀ ਨੂੰ ਬਰਬਾਦੀ ਵੱਲ ਜਾਂਦਾ ਨਹੀਂ ਸੁਣਿਆ, ਤੇ ਫਿਰ ਮੈਂ ਸਾਰੇ ਅਹੁਦੇ ਛੱਡੇ ਨੇ। ਮੈਂ ਪਾਰਟੀ ਦਾ ਸੈਕਟਰੀ ਜਨਰਲ ਸੀ, ਮੈਂ ਕੋਰ ਕਮੇਟੀ ਦਾ ਮੈਂਬਰ ਸੀ, ਮੇਰਾ ਲੜਕਾ 10 ਸਾਲ ਮਿਨਿਸਟਰ ਰਿਹਾ ਸੀ, ਹੁਣ MLA ਹੈ, ਤੇ ਅਸੀਂ ਫਿਰ ਕਿਉਂ ਛੱਡਦੇ ਜੀ? ਮੌਕਾ ਪ੍ਰਸਤ ਕੌਣ ਨੇ? ਮੌਕਾ ਪ੍ਰਸਤ ਉਹ ਹੁੰਦੇ ਨੇ ਜਿਹੜੇ ਬੈਠੇ ਰਹਿਣ, ਉਹਨਾਂ ਨੂੰ ਹੁੰਦਾ ਮੌਕਾ ਪ੍ਰਸਤ ਨਹੀਂ। ਮੈਂ ਤਾਂ ਜ਼ਿੰਦਗੀ 'ਚ ਮੇਰੇ ਬੰਦਿਆਂ ਤੇ ਬੰਦਿਆਂ ਨੂੰ ਵਿਸ਼ਵਾਸ ਹੋਣਾ ਚਾਹੀਦਾ। ਮੈਨੂੰ ਕੋਈ ਮੌਕਾ ਪ੍ਰਸਤ ਕਹੇ, ਕੋਈ ਕਾਂਗਰਸੀ ਕਹੇ, ਕੋਈ BJP ਨਾਲ ਰਲਿਆ ਕਹੇ, ਕੋਈ ਆਮ ਆਦਮੀ ਪਾਰਟੀ ਨਾਲ ਰਲਿਆ ਕਹੇ, ਮੈਨੂੰ ਕੋਈ ਪਰਵਾਹ ਨਹੀਂ। ਲੇਕਿਨ ਇੱਕ ਤੁਹਾਡੇ ਤੇ ਐਲੀਗੇਸ਼ਨ ਇਹ ਵੀ ਲਾਇਆ ਜਾਂਦਾ ਕਿ 2015 ਦੇ ਵਿੱਚ ਜਦੋਂ ਬਰਗਾੜੀ ਕਾਂਡ ਹੋਇਆ ਸੀ, ਜਾਂ ਉਸ ਤੋਂ ਪਹਿਲਾਂ ਜਦੋਂ ਸੋਧਾ ਸਾਧ ਨੂੰ ਮਾਫੀ ਦਿੱਤੀ ਗਈ ਸੀ, ਉਸ ਸਮਾਂ ਕਹਿੰਦੇ ਢੀਂਡਸਾ ਸਾਹਿਬ ਅੰਦਰ ਖਾਤੇ ਬੇਸ਼ੱਕ ਬੋਲਦੇ ਰਹੇ, ਲੇਕਿਨ ਉਸ ਸਮਾਂ ਇਹਨਾਂ ਨੇ ਬਗਾਵਤ ਕਿਉਂ ਨਹੀਂ ਕੀਤੀ? ਉਸ ਸਮਾਂ ਪਾਰਟੀ ਤੋਂ ਅੱਡ ਕਿਉਂ ਨਹੀਂ ਹੋ ਗਈ? ਅਸੀਂ ਪਹਿਲਾਂ ਪਾਰਟੀ 'ਚ ਕੋਸ਼ਿਸ਼ ਕਰੀਦੇ ਨੇ। ਪਾਰਟੀ ਸਰਕਾਰ ਸਾਡੀ ਸੀ, ਸਰਕਾਰ ਕਹਿੰਦੀ ਰਹੀ ਕਿ ਹਾਂ ਜੀ ਇਹਨਾਂ ਨੂੰ ਫੜਾਂਗੇ ਵੀ, ਅਸੀਂ ਉਹਨੂੰ ਸਜ਼ਾ ਵੀ ਦੇਵਾਂਗੇ, ਸਾਰਾ ਕੁਛ ਕਰਾਂਗੇ। ਪਰ 3 ਸਾਲ ਲੰਘਾਤੇ, ਬਰਗਾੜੀ ਦਾ ਕੇਸ ਨਹੀਂ ਕੀਤਾ। ਤੇ ਜਦੋਂ ਇਹਦਾ ਪਿਆ ਸਰਸੇ ਵਾਲੇ ਦਾ, ਤੇ ਉਦੋਂ ਅਸੀਂ ਆਵਾਜ਼ ਉਠਾਈ ਤੇ ਵਾਪਸ ਲੈਣਾ ਪਿਆ। ਕਿਸੇ ਨੂੰ ਪੁੱਛਿਆ ਨਹੀਂ ਲਾਉਣ ਵੇਲੇ, ਤੇ ਉਦੋਂ ਵਾਪਸ ਲੈਣਾ ਪਿਆ ਇਹਨਾਂ ਨੂੰ। ਹੁਣ ਫਿਰ ਤੋਂ ਉਸੀ ਬਰਗਾੜੀ ਜਿਹੜਾ ਮਾਮਲਾ ਹੋਇਆ ਸੀ, ਉਸ ਦੇ ਤਾਰ ਦੁਬਾਰਾ ਤੋਂ ਉਸੀ ਡੇਰੇ ਨਾਲ ਜੁੜਦੇ ਨਜ਼ਰ ਆ ਰਹੇ ਨੇ। 7 ਨਵੇਂ ਬੰਦੇ ਗ੍ਰਿਫਤਾਰ ਹੋ ਗਏ ਜਿਨ੍ਹਾਂ ਦਾ ਡੇਰੇ ਨਾਲ ਤਾਲੁਕ ਹੈ। ਤੁਹਾਨੂੰ ਲੱਗਦਾ ਹੈ ਕਿ ਉਸ ਸਮਾਂ ਅਗਰ ਸੰਜੀਦਗੀ ਨਾਲ ਜਾਂਚ ਹੁੰਦੀ ਤੇ ਅੱਜ ਤੱਕ ਇਨਸਾਫ ਮਿਲ ਚੁੱਕਿਆ ਹੁੰਦਾ? ਬਿਲਕੁਲ ਮਿਲ ਚੁੱਕਿਆ ਹੁੰਦਾ। ਪਰ ਠੀਕ ਹੈ, ਹੁਣ ਵੀ ਮੈਂ ਤਾਂ ਇਹ ਕਹਿੰਦਾ ਵੀ ਚੰਗੇ ਅਫਸਰ ਨੇ, ਚੰਗਾ SIT ਬਣੀ ਹੋਈ ਹੈ, ਪਰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਨੇ ਚਿਰ ਅਸੀਂ ਕੀ ਕਹੀਏ? ਅਸੀਂ ਇਨਸਾਫ ਚਾਹੁੰਦੇ ਹਾਂ। ਅਸੀਂ ਆਪਣੀ ਸਰਕਾਰ ਤੋਂ ਵੀ ਜਦੋਂ ਵਿੱਚ ਬੈਠੇ ਸੀ ਉਦੋਂ ਵੀ ਅਸੀਂ ਇਨਸਾਫ ਚਾਹੁੰਦੇ ਸੀ, ਹੁਣ ਵੀ ਇਨਸਾਫ ਚਾਹੁੰਦੇ ਹਾਂ, ਇਸ ਸਰਕਾਰ ਤੋਂ ਵੀ ਇਨਸਾਫ ਚਾਹੁੰਦੇ।
ਮਿਸਟਰ ਸਾਹਿਬ ਹੁਣ ਤੁਸੀਂ ਆਪਣੀ ਅਲੱਗ ਪਾਰਟੀ ਬਣਾ ਲਈ, ਅਗਲੀ ਰਣਨੀਤੀ ਵੀ ਤੁਹਾਡੀ ਕੁਝ ਸਮਾਂ ਬਾਅਦ ਤੈਅ ਹੋ ਜਾਏਗੀ, ਲੇਕਿਨ ਬ੍ਰਹਮਪੁਰਾ ਸਾਹਿਬ ਨਾਲ ਅਕਾਲੀ ਆਗੂਆਂ ਨੇ ਦੁਬਾਰਾ ਤੋਂ ਸੰਪਰਕ ਕਰਨੇ ਸ਼ੁਰੂ ਕਰਤੇ, ਮੀਟਿੰਗਾਂ ਦਾ ਦੌਰ ਦੁਬਾਰਾ ਤੋਂ ਸ਼ੁਰੂ ਹੋ ਗਿਆ। ਹੁਣ ਤੋਂ ਕੁਝ ਦੇਰ ਪਹਿਲਾਂ ਵੀ ਪੀਜੀਆਈ ਵਿਖੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਅਕਾਲੀ ਆਗੂ ਉਹਨਾਂ ਨਾਲ ਮਿਲ ਕੇ ਆਏ ਨੇ ਔਰ ਉਹ ਕਹਿ ਰਹੇ ਨੇ ਕਿ ਬ੍ਰਹਮਪੁਰਾ ਸਾਹਿਬ ਸਾਡੇ ਸਤਿਕਾਰਯੋਗ ਨੇ, ਜੇਕਰ ਵਾਪਸ ਆਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਪੂਰਾ ਬਣਦਾ ਮਾਨ ਸਨਮਾਨ ਜਿਹੜਾ ਪਾਰਟੀ ਦੇਗੀ। ਨਹੀਂ, ਉਹ ਤਾਂ ਉਹਨਾਂ ਤੇ ਹੈ ਜੀ, ਮੈਂ ਉਹਨਾਂ ਦਾ ਕੀ ਜਵਾਬ ਦੇ ਸਕਦਾ। ਮੈਂ ਤਾਂ ਆਪ ਸਤਿਕਾਰ ਕਰਦਾ ਉਹਨਾਂ ਦਾ, ਮੈਂ ਤਾਂ ਮਾਨਤ ਕਰਦਾ ਉਹਨਾਂ ਦੀ, ਤੇ ਉਹ ਵੀ ਕਰਦੇ ਚੰਗੀ ਗੱਲ। ਫਿਰ ਉਹਨਾਂ ਨੂੰ ਉਦੋਂ ਕਿਉਂ ਕੱਢਿਆ ਪਾਰਟੀ 'ਚ ਉਹਨਾਂ ਨੇ? ਅੱਜ ਉਹਨਾਂ ਕੋਲ ਜਾਂਦੇ ਨੇ, ਉਦੋਂ ਪਾਰਟੀ 'ਚੋਂ ਕੱਢ ਕੇ ਬਾਹਰ ਮਾਰਿਆ, ਉਹਨਾਂ ਨੂੰ ਪੁੱਛਿਆ ਤੱਕ ਨਹੀਂ, ਨੋਟਿਸ ਤੱਕ ਨਹੀਂ ਦਿੱਤਾ। ਮੈਂ ਤਾਂ ਰਿਜ਼ਾਈਨ ਕੀਤਾ ਸੀ ਨਾ, ਉਹਨਾਂ ਨੂੰ ਤਾਂ ਪਾਰਟੀ 'ਚੋਂ ਕੱਢਿਆ ਪਹਿਲਾਂ। ਇਸ ਕਰਕੇ ਇਹ ਮੌਕਾ ਪ੍ਰਸਤ ਫਿਰ ਉਹ ਹੋਏ ਕਿ ਅਸੀਂ ਹੋਏ ਜੀ, ਕਿ ਉਹ ਅਕਾਲੀ ਦਲ ਵਾਲੇ ਜਿਹੜੇ ਹੁਣ ਬ੍ਰਹਮਪੁਰਾ ਸਾਹਿਬ ਕੋਲ ਜਾਂਦੇ ਨੇ ਤੇ ਉਹ ਮੌਕਾ ਪ੍ਰਸਤ ਨਹੀਂ? ਇਦੋਂ ਵੱਡੀ ਮੌਕਾ ਪ੍ਰਸਤੀ ਕੀ ਹੋ ਸਕਦੀ ਹੈ? ਇਸ ਕਰਕੇ ਕਿ ਤੁਸੀਂ ਬ੍ਰਹਮਪੁਰਾ ਸਾਹਿਬ ਨਾਲ ਕੋਈ ਤਾਲੁਕ ਰੱਖੋਗੇ? ਕਿ ਉਹਨਾਂ ਨਾਲ ਮੁਲਾਕਾਤ ਤੁਹਾਡੀ ਹੋਈ ਹੈ? ਕਿਆ ਪਾਰਟੀ ਬਣਾਉਣ ਦਾ ਜਿਹੜਾ ਫੈਸਲਾ ਹੋਇਆ ਉਸ ਤੋਂ ਪਹਿਲਾਂ ਉਹਨਾਂ ਨੂੰ ਤੁਸੀਂ ਦੱਸਿਆ ਕਿ ਮੈਂ ਪਾਰਟੀ ਬਣਾਉਣ ਜਾ ਰਿਹਾ, ਤੁਸੀਂ ਆਪਣੀ ਪਾਰਟੀ ਨਾਲ ਰਹੋ, ਮੈਂ ਆਪਣੀ ਪਾਰਟੀ ਬਣਾਊਂਗਾ? ਮੈਂ ਤਾਂ ਇੱਕ ਪਹਿਲਾਂ ਮਿਲ ਕੇ ਗਿਆ, ਪਰਸੋਂ ਹੀ ਮਿਲ ਕੇ ਗਿਆ ਉਹਨਾਂ ਨੂੰ ਸ਼ਾਮ ਨੂੰ, ਔਰ ਮੈਨੂੰ ਉਹਨਾਂ ਨੇ ਕਿਹਾ ਵੀ ਪਾਰਟੀ ਬਣਾਉਣ ਜਾ ਰਹੇ। ਮੈਂ ਹਾਂ, ਕਹਿੰਦੇ ਚਲੋ ਜੀ ਠੀਕ ਹੈ। ਬਿਮਾਰ ਸੀ ਕਿ ਉਸ ਤੋਂ ਬਾਅਦ ਮੈਂ ਬਹੁਤਾ ਗੱਲ ਵੀ ਨਹੀਂ ਕਰ ਸਕਦਾ ਸੀ ਉਹਨਾਂ ਨਾਲ। ਮੈਂ ਤਾਂ ਮਿਲ ਕੇ ਗਿਆ ਉਹਨਾਂ ਨੂੰ, ਪੀਜੀਆਈ 'ਚ ਮਿਲ ਕੇ ਗਿਆ। ਉਹਨੂੰ ਪੁੱਛੋ ਵੀ ਮਿਲੇ ਕਿ ਨਹੀਂ ਮਿਲਿਆ। ਇੱਕ ਆਖਰੀ ਸਵਾਲ, ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ 1999 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੋਰਾ ਸਾਹਿਬ ਵੀ ਅਕਾਲੀ ਦਲ ਤੋਂ ਅੱਡ ਹੋ ਕੇ ਇੱਕ ਪਾਰਟੀ ਬਣਾਉਂਦੇ ਨਜ਼ਰ ਆਏ ਸੀ, ਉਹਨਾਂ ਦੀ ਪਾਰਟੀ ਸਟੈਂਡ ਨਹੀਂ ਕਰ ਪਾਈ। ਸੁਖਬੀਰ ਬਾਦਲ ਦੇ ਸਾਹਮਣੇ ਇਹੋ ਜਿਹੀ ਲਕੀਰ ਕਿਆ ਸੁਖਦੇਵ ਸਿੰਘ ਢੀਂਡਸਾ ਖਿੱਚ ਪਾਉਣਗੇ ਕਿ ਜਿਸ ਕਰਕੇ ਜਿਹੜੇ ਕਹਿ ਸਕਦੇ ਹਾਂ ਕਿ ਜਿਹੜੇ ਸਿਧਾਂਤਾਂ ਤੇ ਅਕਾਲੀ ਦਲ ਖੜਾ ਸੀ ਜਾਂ ਜਿਹੜੇ ਸਿਧਾਂਤਾਂ ਨੂੰ ਲੈ ਕੇ ਅਕਾਲੀ ਦਲ ਬਣਾਇਆ ਗਿਆ ਸੀ, ਉਹ ਵਾਪਸ ਸਿਧਾਂਤ ਜਿਹੜੇ ਵੇਖਣ ਨੂੰ ਮਿਲਣਗੇ, ਉਹੀ ਮੁੱਦੇ ਜਿਹੜਾ ਅਕਾਲੀ ਦਲ ਚੁੱਕਦਾ ਹੋਇਆ ਨਜ਼ਰ ਆਊਗਾ? ਉਹੀ ਮੁੱਦੇ ਚੱਕਾਂਗੇ, ਉਹੀ ਕਨਸਟੀਟਿਊਸ਼ਨ ਰਹੂਗਾ ਜਿਹੜਾ ਅਸਲੀ ਅਕਾਲੀ ਦਲ ਦਾ ਕਨਸਟੀਟਿਊਸ਼ਨ ਸੀ। ਨੰਬਰ 2 ਇਹ ਹੈ ਕਿ ਉਹ ਮੇਰੀ ਇਕੱਲੇ ਟੋੜਾ ਸਾਹਿਬ ਦੀ ਗੱਲ ਕਰਦੇ ਨੇ, ਇਹਨਾਂ ਨੇ ਨਹੀਂ ਮਾਨ ਨੂੰ ਹਟਾਇਆ। ਮਾਨ ਪ੍ਰਧਾਨ ਸਾਰੇ ਗਰੁੱਪਾਂ ਨੇ ਮੰਨ ਲਿਆ ਸੀ, ਇਹਨਾਂ ਨੇ ਨਹੀਂ ਬਰਨਾਲੇ ਨੂੰ ਹਟਾਇਆ। ਤੇ ਜੇ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਇਹਨਾਂ ਨੇ ਹਟਾਤਾ, ਤੇ ਇਹਨਾਂ ਨੇ ਗਲਤੀ ਕੀਤੀ, ਇਹ ਨਹੀਂ ਹਟਾਏ ਜਾ ਸਕਦੇ। ਇਹ ਰੋਜ਼ ਉਹਨਾਂ ਤੋਂ ਵੱਡੀਆਂ ਗਲਤੀਆਂ ਕਰਦੇ ਨੇ। ਢੀਂਡਸਾ ਸਾਹਿਬ ਲੇਕਿਨ ਲੱਗਦਾ ਤੇ ਨਹੀਂ ਨਾ, ਕਿਉਂਕਿ ਕਈ ਅਕਾਲੀ ਦਲ ਬਣ ਗਏ ਨੇ, ਅਕਾਲੀ ਦਲ ਵੀ ਕਈ ਬਣ ਗਏ। ਅਕਾਲੀ ਦਲ ਅੰਮ੍ਰਿਤਸਰ ਬਣ ਗਿਆ, ਅਕਾਲੀ ਦਲ ਮਾਨ ਬਣ ਗਿਆ, ਅਕਾਲੀ ਦਲ ਟਕਸਾਲੀ ਬਣ ਗਿਆ। ਹੁਣ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਡੈਮੋਕ੍ਰੈਟਿਕ ਬਣਾਵਾਂਗੇ। ਇੱਕ ਸਮਝ ਲਓ, ਲੋਕਾਂ ਦੀ ਸ਼ਕਤੀ ਦੇ ਸਾਹਮਣੇ ਕੋਈ ਨਹੀਂ ਉੱਠਦਾ ਹੁੰਦਾ। ਲੋਕ ਜਿਹਨੂੰ ਪਸੰਦ ਕਰਨਗੇ ਉਹ ਉਹੀ ਅਕਾਲੀ ਦਲ ਰਹਿੰਦਾ ਨਾ। ਸ਼੍ਰੋਮਣੀ ਅਕਾਲੀ ਦਲ ਤਾਂ ਉਹੀ ਰਹਿੰਦੇ ਜਿਹਨੂੰ ਪਸੰਦ ਕਰਦੇ ਆ। ਇਹ ਤਾਂ ਹੁਣ ਲੋਕਾਂ ਤੇ ਹੈ। ਹੁਣ ਸੰਗਤ ਕੀ ਚਾਹੁੰਦੀ ਹੈ, ਕੀ ਕਰਦੀ ਹੈ, ਉਹ ਵਕਤ ਦੱਸੂਗਾ। ਇਹਨਾਂ ਨੂੰ ਪਤਾ ਲੱਗ ਜੂਗਾ ਵੀ ਇਹਨਾਂ ਨਾਲ ਕੋਈ ਖੜਾ ਵੀ ਹੈ ਕਿ ਨਹੀਂ ਖੜਾ। ਚਲੋ, ਇਹ ਸੁਖਦੇਵ ਸਿੰਘ ਢੀਂਡਸਾ ਹੈ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਹੁਣ ਲੋਕਾਂ ਦੇ ਉੱਪਰ ਹੈ ਕਿ ਲੋਕ ਜਿਹੜੇ ਨੇ ਇਹਨਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਨੇ, ਇਹਨਾਂ ਦੀ ਪਾਰਟੀ ਨੂੰ ਸਨਮਾਨ ਦਿੰਦੇ ਨੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਬਣੇ ਰਹਿੰਦੇ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਸਟੈਪ ਤੋਂ ਬਾਅਦ ਪੰਜਾਬ ਦੀ ਸਿਆਸਤ ਜਿਹੜੀ ਹੈ ਕੀ ਨਵੇਂ ਰੰਗ ਲੈ ਕੇ ਆਉਂਦੀ ਹੈ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।